ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਬੁਨਿਆਦਾਂ। ਚਿੱਤਰਕਾਰੀ। ਸਭ ਤੋਂ ਵੱਡੀ ਚਿੱਤਰਕਾਰ ਕੁਦਰਤ ਹੈ। ਧਰਤੀ ਅਤੇ ਅਸਮਾਨ 'ਤੇ ਚਿੱਤਰ ਬਣਦੇ ਮਿਟਦੇ ਰਹਿੰਦੇ ਹਨ। ਚੰਗਾ ਚਿੱਤਰ ਉਹ ਹੁੰਦਾ ਹੈ ਜਿਹੜਾ ਸਵੇਰੇ ਉੱਠ ਕੇ ਵੇਖਣਾ ਚੰਗਾ ਲੱਗੇ। ਮਨੁੱਖ ਦੀ ਕਲਪਨਾ ਵਿੱਚ ਸਾਰੇ ਰੰਗ ਹੁੰਦੇ ਹਨ ਜਿਨ੍ਹਾਂ ਨਾਲ ਮਨੁੱਖ ਭਾਂਤ ਭਾਂਤ ਦੇ ਚਿੱਤਰ ਸਿਰਜਦਾ ਅਤੇ ਵੇਖਦਾ ਰਹਿੰਦਾ ਹੈ। ਵਿਗਿਆਨ ਕੋਲ ਮਨ ਨੂੰ ਸਮਝਣ ਦੀ ਵਿਧੀ ਨਹੀਂ ਹੈ, ਪਰ ਕਲਾ ਕੋਲ ਹੈ। ਕਲਾ ਮਨੁੱਖੀ ਆਤਮਾ ਨੂੰ ਸਵੱਛ ਰੱਖਦੀ ਹੈ। ਇਹ ਜੀਵਨ ਵਿੱਚ ਸੁੰਦਰਤਾ ਸਿਰਜਦੀ, ਸੁਹਜ ਉਪਜਾਉਂਦੀ ਹੋਈ ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀ। ਕਲਾ ਦੀ ਅਮੀਰੀ ਸੋਹਣੀਆਂ, ਖੁਸ਼ਹਾਲ, ਬਹਾਦਰ ਅਤੇ ਆਜ਼ਾਦ ਕੌਮਾਂ ਵਿੱਚ ਹੁੰਦੀ ਹੈ ਅਤੇ ਇਹ ਅਮੀਰੀ ਆਰਥਿਕ ਸਫਲਤਾ ਮਗਰੋਂ ਸੰਭਵ ਹੁੰਦੀ ਹੈ। ਸੋਹਣੇ ਚਿੱਤਰ ਨਜ਼ਰਾਂ ਨੂੰ ਸੁੱਖ ਦਿੰਦੇ ਹਨ। ਬਾਹਰਲੀਆਂ ਚੀਜ਼ਾਂ ਨਾਲ ਜਦੋਂ ਅੰਦਰਲੀ ਨਜ਼ਰ ਰਲ ਜਾਂਦੀ ਹੈ ਤਾਂ ਉਹਨਾਂ ਦਾ ਰੂਪ ਆਕਾਰ ਬਦਲ ਜਾਂਦਾ ਹੈ। ਚਿੱਤਰਕਲਾ ਇੱਕ ਸੂਖਮ ਕਲਾ ਹੈ। ਸੰਗੀਤ, ਗੀਤ, ਨ੍ਰਿਤ, ਚਿੱਤਰਕਾਰੀ ਅਤੇ ਮੂਰਤੀ ਕਲਾ ਆਦਿ ਸਾਰੀਆਂ ਸੂਖਮ ਕਲਾਵਾਂ ਮਨੁੱਖ ਅੰਦਰ ਝਾਕਣ ਅਤੇ ਮਨੁੱਖੀ ਮਨ ਦੀਆਂ ਵੱਖ-ਵੱਖ ਅਵਸਥਾਵਾਂ ਨੂੰ ਪ੍ਰਗਟਾਉਣ ਦੇ ਉਪਰਾਲੇ ਹਨ। ਸੰਸਾਰ, ਸਮਾਜ ਅਤੇ ਜੀਵਨ ਵਿੱਚ ਸੁੰਦਰਤਾ ਨੂੰ ਸਿਰਜਣਾ ਮੁਸ਼ਕਿਲ ਬੜਾ ਹੈ। ਕੋਝੇਪਣ ਨੂੰ ਤਾਂ ਹਰ ਥਾਂ ਹਰ ਕੋਈ ਉਪਜਾ ਹੀ ਰਿਹਾ ਹੈ। ਚਿੱਤਰਕਾਰੀ ਵਿੱਚ ਵੇਖਿਆ ਨਹੀਂ, ਵਿਖਾਇਆ ਗਿਆ ਮੁੱਲਵਾਨ ਹੁੰਦਾ ਹੈ। ਜੋ ਸ਼ਬਦਾਂ ਜਾਂ ਧੁਨਾਂ ਵਿੱਚ ਨਹੀਂ ਕਿਹਾ ਜਾ ਸਕਦਾ, ਉਸੇ ਦਾ ਚਿੱਤਰ ਬਣਾਉਣ ਦੀ ਲੋੜ ਪੈਂਦੀ ਹੈ। ਚਿੱਤਰ ਦ੍ਰਿਸ਼ ਦਾ ਸੰਗੀਤ ਹੁੰਦਾ ਹੈ। ਇਸ ਵਿੱਚ ਚੁੱਪ ਦੇ ਰੰਗ ਹੁੰਦੇ ਹਨ। ਜਦੋਂ ਚਿੱਤਰ ਮੁਕੰਮਲ ਹੋ ਜਾਂਦਾ ਹੈ ਤਾਂ ਹੀ ਇਸ ਦਾ ਵਿਸ਼ਾ ਸਪਸ਼ਟ ਹੁੰਦਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਚਿੱਤਰ ਚਿੱਤਰਿਆ ਨਹੀਂ ਜਾਂਦਾ, ਭਵਨ ਨਿਰਮਾਣ ਵਾਂਗ ਉਸਾਰਿਆ ਜਾਂਦਾ ਹੈ। ਕੋਈ ਵੀ ਚਿੱਤਰ ਚਿੱਤਰਨ ਤੋਂ ਪਹਿਲਾਂ ਚਿੱਤਰਕਾਰ ਆਪਣੇ ਆਪ ਨੂੰ ਇਕਾਗਰ, ਆਪਣੇ ਮਨ ਨੂੰ ਸ਼ਾਂਤ, ਆਪਣੀ ਕਲਪਨਾ ਨੂੰ ਬਲਵਾਨ ਅਤੇ ਆਪਣੇ ਭਾਵਾਂ ਨੂੰ ਇਕਸੁਰ ਕਰਦਾ ਹੈ। ਕਈ ਵਾਰੀ ਚਿੱਤਰਕਾਰ ਦੀ ਮਾਨਸਿਕ ਅਵਸਥਾ ਉਦਾਸ ਹੁੰਦੀ ਹੈ, ਪਰੰਤੂ ਉਸਾਰੀ ਅਧੀਨ ਚਿੱਤਰ ਸੌਖ ਅਤੇ ਖੁਸ਼ਹਾਲ ਹੁੰਦਾ ਹੈ। ਸੋ ਜਦੋਂ ਤੱਕ ਚਿੱਤਰਕਾਰ ਅਤੇ ਚਿੱਤਰ ਦੋਵੇਂ ਇਕਸੁਰ ਨਾ ਹੋਣ, ਬੁਰਸ਼ ਹਿੱਲਦਾ ਨਹੀਂ, ਚਿੱਤਰ ਜਾਗਦਾ ਨਹੀਂ। ਬੁਰਸ਼ ਨੂੰ ਫੜਨ ਦਾ ਰਾਗ ਛੇੜਨ ਵਾਂਗ ਇੱਕ ਸਲੀਕਾ ਹੁੰਦਾ ਹੈ। ਸਧਾਰਨ ਵਿਅਕਤੀ ਆਲੇ ਦੁਆਲੇ ਨੂੰ ਵੇਖਦਾ ਹੀ ਹੈ, ਚਿੱਤਰਕਾਰ ਨਿਹਾਰਦਾ ਵੀ ਹੈ। ਮਹੱਤਵਪੂਰਨ ਇਹ ਨਹੀਂ ਕਿ ਚਿੱਤਰਕਾਰ ਕੀ ਵੇਖਦਾ ਹੈ, ਵੇਖਣ ਵਾਲੀ ਵਸਤ ਕੀ ਹੈ। ਮਹੱਤਵਪੂਰਨ ਇਹ ਹੈ ਕਿ ਉਸ ਵਸਤ ਵਿੱਚ ਵੇਖਣ ਵਾਲਾ ਕੀ ਹੈ ਅਤੇ ਵਿਖਾਉਣ ਯੋਗ ਕੀ ਹੈ। ਉਸ ਦੇ ਵੇਖਣ ਵਿਖਾਉਣ ਵਿੱਚ ਨਿਆਰਾਪਣ ਕੀ ਹੈ। ਵੇਖਣ ਵਾਲਾ ਕੌਣ ਹੈ, ਵੇਖਣ ਦਾ ਢੰਗ ਕੀ ਹੈ। ਉਦਾਹਰਨ ਵਜੋਂ ਚਿੱਤਰ ਵਿੱਚ ਇੱਕ ਪੱਥਰ ਦੇ ਆਲੇ ਦੁਆਲੇ ਘਾਹ ਵਿਖਾਇਆ ਗਿਆ ਹੈ। ਚਿੱਤਰਕਾਰ ਲਈ ਘਾਹ ਛਿਨ ਭੰਗਰਤਾ ਅਤੇ ਪੱਥਰ ਸੰਦੀਪਤਾ ਦਾ, ਘਾਹ ਨਿਮਰਤਾ ਅਤੇ ਪੱਥਰ ਕਠੋਰਤਾ ਦਾ ਪ੍ਰਤੀਕ ਹੈ। ਚਿੱਤਰਕਾਰ ਵੱਲੋਂ ਘਾਹ ਅਤੇ ਪੱਥਰ ਨੂੰ ਚਿੱਤਰਨਾ ਦੱਸੇਗਾ ਕਿ ਉਸਨੇ ਘਾਹ ਨੂੰ ਕਿਹੜਾ ਮਾਣ ਅਤੇ ਪੱਥਰ ਨੂੰ ਕੀ ਸਤਿਕਾਰ ਦਿੱਤਾ ਹੈ। ਹਰ ਚਿੱਤਰ ਦੀ ਇੱਕ ਜਨਮ ਪੱਤਰੀ ਹੁੰਦੀ ਹੈ। ਕਈ ਚਿੱਤਰ ਸੱਤ-ਮਾਹੇ ਅਤੇ ਕਈ ਚਿੱਤਰ ਮੰਗਲੀਕ ਹੁੰਦੇ ਹਨ। ਕਈ ਚਿੱਤਰ ਅਧੂਰੇ ਹੀ ਮਰ ਜਾਂਦੇ ਹਨ। ਹਰੇਕ ਚਿੱਤਰ ਦਾ ਵੱਖਰਾ ਚਰਿੱਤਰ ਅਤੇ ਪ੍ਰਭਾਵ ਹੁੰਦਾ ਹੈ। ਘਰ ਵਿੱਚ ਇੱਕ ਹੀ ਚਿੱਤਰ ਵੱਖ-ਵੱਖ ਥਾਵਾਂ 'ਤੇ ਵੱਖਰਾ ਪ੍ਰਭਾਵ ਪਾਉਂਦਾ ਹੈ। ਕਿਸੇ ਥਾਂ 'ਤੇ ਚਿੱਤਰ ਘਰ ਦਾ ਜੀਅ ਲੱਗੇਗਾ, ਪਰ ਕਿਸੇ ਹੋਰ ਥਾਂ 'ਤੇ ਲੱਗੇਗਾ ਕਿ ਚਿੱਤਰ ਦਾ ਅਪਮਾਨ ਕੀਤਾ ਗਿਆ ਹੈ। ਚਿੱਤਰਕਲਾ ਰਾਜਿਆਂ, ਬਾਦਸ਼ਾਹਾਂ ਦੀ ਸਰਪ੍ਰਸਤੀ ਮਾਣਦੀ ਰਹੀ ਹੈ। ਸ਼ਾਹੀ ਘਰਾਣਿਆਂ ਵਿੱਚ ਰਾਜਕੁਮਾਰਾਂ, ਰਾਜਕੁਮਾਰੀਆਂ ਅਤੇ ਰਾਣੀਆਂ ਨੂੰ ਨੱਚਣ ਗਾਉਣ ਦੀ ਆਗਿਆ ਨਹੀਂ ਸੀ, ਪਰ ਚਿੱਤਰ ਬਣਾਉਣ ਦੀ ਸੀ। ਹਰੇਕ ਚਿੱਤਰਕਾਰ ਦਾ ਆਪਣਾ ਜੀਵਨ ਫਲਸਫਾ ਅਤੇ ਵਿਸ਼ਵ ਦ੍ਰਿਸ਼ਟੀ ਹੁੰਦੀ ਹੈ। ਇਹ ਪੱਖ ਉਸਦੇ ਚਿੱਤਰਾਂ ਵਿੱਚ ਸੂਤਰ ਵਾਂਗ ਵਿਦਵਾਨ ਹੁੰਦੇ ਹਨ। ਹਰ ਚਿੱਤਰਕਾਰ ਦੀ ਇੱਕ ਤਕਨੀਕ ਹੁੰਦੀ ਹੈ ਜਿਹੜੀ ਉਸਦੇ ਚਿੱਤਰਾਂ ਵਿੱਚ ਸਹਿਜ ਰੂਪ ਵਿੱਚ ਪਈ ਹੁੰਦੀ ਹੈ, ਜਿਹੜੀ ਉਸਦੀ ਪਛਾਣ ਬਣਦੀ ਹੈ। ਜੇ ਚਿੱਤਰ ਤੇ ਤਕਨੀਕ ਭਾਰੂ ਹੋ ਜਾਵੇ ਤਾਂ ਚਿੱਤਰ ਸੁਭਾਵਕ ਨਹੀਂ ਲੱਗਦਾ। ਇਕਾਗਰਤਾ ਦੀ ਸ਼ਿੱਦਤ ਨਾਲ ਬੰਦੇ ਅੰਦਰਲੇ ਸਾਰੇ ਰੰਗ ਜਾਗ ਪੈਂਦੇ ਹਨ ਅਤੇ ਅੰਦਰਲੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਕਲਾਕਾਰ ਦੀ ਕਲਾ ਇਸ ਯੋਗਤਾ ਵਿੱਚ ਹੁੰਦੀ ਹੈ ਕਿ ਉਹ ਚਿੱਤਰ ਦੇ ਵੱਖਰੇ-ਵੱਖਰੇ ਅੰਗਾਂ ਵਿੱਚੋਂ ਸਮੁੱਚੇ ਨੂੰ ਉਸਾਰੇ। ਇਹ ਕਾਰਜ ਸੌਖਾ ਨਹੀਂ ਹੁੰਦਾ। ਇਸੇ ਕਰਕੇ ਚਿੱਤਰਕਾਰਾਂ ਦੇ ਬਹੁਤੇ ਚਿੱਤਰ ਲੰਮਾ ਅਰਸਾ ਅਧੂਰੇ ਪਏ ਰਹਿੰਦੇ ਹਨ, ਜਿਹੜੇ ਅਧੂਰੇ ਹੋਣ ਕਾਰਨ ਚਿੱਤਰਕਾਰ ਨੂੰ ਸੌਣ ਨਹੀਂ ਦਿੰਦੇ।
ਚਿੱਤਰਕਾਰ ਜਦੋਂ ਕਿਸੇ ਇਸਤਰੀ ਨੂੰ ਸਾਹਮਣੇ ਬਿਠਾ ਕੇ ਚਿੱਤਰ ਬਣਾਉਂਦਾ ਹੈ ਤਾਂ ਉਹ ਆਪਣੇ ਚਿੱਤਰ ਵਿਚਲੀ ਔਰਤ ਨੂੰ ਇਸ਼ਕ ਕਰਨ ਲੱਗ ਜਾਂਦਾ ਹੈ। ਅਕਸਰ ਇਸ਼ਕ ਚਿੱਤਰ ਨੂੰ ਪੂਰਾ ਹੀ ਨਹੀਂ ਹੋਣ ਦਿੰਦਾ। ਜੇ ਚਿੱਤਰ ਪੂਰਾ ਹੋ ਜਾਵੇ ਤਾਂ ਇਸ਼ਕ ਘਬਰਾ ਜਾਂਦਾ ਹੈ। ਜਦੋਂ ਚਿੱਤਰਕਾਰ ਅਤੇ ਉਸਦੀ ਕਲਾ ਦੋ ਵੱਖ-ਵੱਖ ਰਫਤਾਰਾਂ ਅਤੇ ਦਿਸ਼ਾਵਾਂ ਵਿੱਚ ਚੱਲਦੀ ਹੈ ਤਾਂ ਚਿੱਤਰਕਾਰ ਪਰੇਸ਼ਾਨ ਹੁੰਦਾ ਹੈ। ਕਈ ਵਾਰੀ ਕਿਸੇ ਵਿਸ਼ੇ ਨੂੰ ਚਿੱਤਰਦਿਆਂ ਕਲਾਕਾਰ ਵਿੱਚੋਂ ਸਾਰੀ ਊਰਜਾ ਹੀ ਮੁੱਕ ਜਾਂਦੀ ਹੈ ਅਤੇ ਉਹ ਆਪਣੇ ਆਪ ਨੂੰ ਨਪੁੰਸਕ ਮਹਿਸੂਸ ਕਰਦਾ ਹੈ। ਕਾਮ ਨੂੰ ਕੁਚਲਣ ਵਾਲਾ ਸੰਤ ਜਾਂ ਸੰਨਿਆਸੀ ਤਾਂ ਹੋ ਸਕਦਾ ਹੈ, ਪਰ ਕਲਾਕਾਰ ਨਹੀਂ ਹੋ ਸਕਦਾ। ਕਲਾਕਾਰ ਦੀ ਕਲਾ ਨੂੰ ਉਭਾਰਦੀ ਹੀ ਕਾਮ ਦੀ ਸ਼ਕਤੀ ਹੈ। ਜਿਤਨਾ ਕੋਈ ਕਲਾਕਾਰ ਵਧੇਰੇ ਸਿਰਜਣਾਤਮਕ ਹੋਵੇਗਾ, ਉਤਨਾ ਹੀ ਉਹ ਵਧੇਰੇ ਕਾਮੀ ਹੋਵੇਗਾ ਅਤੇ ਵੱਧ ਇਸਤਰੀਆਂ ਦੇ ਸੰਪਰਕ ਵਿੱਚ ਆਵੇਗਾ। ਅਜੋਕੇ ਕਲਾਕਾਰਾਂ ਦੇ ਮਾਨਸਿਕ ਅੰਤਰ ਵਿਰੋਧਾਂ ਨੂੰ ਸਮਝਣਾ ਸੁਖਾਲਾ ਨਹੀਂ। ਇਸੇ ਕਰਕੇ ਅਜੋਕੀ ਚਿੱਤਰਕਾਰੀ ਗੁੰਝਲਦਾਰ ਹੈ। ਇੱਕ ਚਿੱਤਰ ਵਿੱਚ ਖਾਣ ਲਈ ਇੱਕ ਮੇਜ਼ ਦੁਆਲੇ ਬੈਠੇ ਲੋਕਾਂ ਦੀਆਂ ਸ਼ਕਲਾਂ ਮਨੁੱਖਾਂ ਵਾਲੀਆਂ ਸਨ, ਪਰ ਕੰਧ ਉੱਤੇ ਪੈਣ ਵਾਲੇ ਉਹਨਾਂ ਦੇ ਪਰਛਾਵੇਂ ਪਸ਼ੂਆਂ ਵਾਲੇ ਸਨ। ਇੱਕ ਚਿੱਤਰਕਾਰ ਨੇ ਸਮੇਂ ਦਾ ਚਿੱਤਰ ਬਣਾਇਆ ਸੀ, ਜਿਸ ਵਿੱਚ ਯੂਨਾਨੀ ਥੰਮਾਂ ਰਾਹੀਂ ਯੂਨਾਨੀ ਸੱਭਿਅਤਾ ਅਤੇ ਕਲਾ ਦੀ ਸਿਖਰ ਦੇ ਨਾਲ ਇਹ ਵੀ ਦਰਸਾਇਆ ਸੀ ਕਿ ਸਭ ਕੁਝ ਡਿੱਗ ਚੁੱਕਿਆ ਸੀ। ਇੱਕ ਚਿੱਤਰ ਵਿੱਚ ਇੱਕ ਵਿਅਕਤੀ ਇਸ ਕਰਕੇ ਡਰ ਰਿਹਾ ਸੀ ਕਿਉਂਕਿ ਉਸ ਕੋਲ ਆਪਣੀ ਰੱਖਿਆ ਲਈ ਬੜਾ ਸ਼ਕਤੀਸ਼ਾਲੀ ਹਥਿਆਰ ਸੀ। ਚਿੱਤਰਕਾਰੀ ਜ਼ਿੰਦਗੀ ਵਿੱਚ ਮਨੁੱਖ ਦੀਆਂ ਹਾਰਾਂ ਜਿੱਤਾਂ ਨੂੰ ਪੇਸ਼ ਕਰਦੀ ਹੈ। ਇੱਕ ਚਿੱਤਰ ਵਿੱਚ ਮਨੁੱਖ ਨੂੰ ਗੁੰਮ ਹੋਈ ਵਸਤ ਬਣਾ ਕੇ ਵਿਖਾਇਆ ਗਿਆ ਸੀ। ਭਾਂਤ-ਭਾਂਤ ਦੀਆਂ ਸਮੱਸਿਆਵਾਂ ਵਿੱਚ ਘਿਰੇ ਅਜੋਕੇ ਮਨੁੱਖ ਜਾਂ ਅਜੋਕੇ ਚਿੱਤਰਕਾਰ ਨੂੰ ਸਮਝਣਾ ਸੁਖਾਲਾ ਨਹੀਂ। ਇਸੇ ਲਈ ਅਜੋਕੀ ਚਿੱਤਰਕਾਰੀ ਨੂੰ ਸਮਝਣਾ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਰਹੀ। ਇਹੀ ਕਾਰਨ ਹੈ ਕਿ ਇਹ ਕਲਾ ਲੋਕਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਇੱਕ ਚਿੱਤਰ ਵਿੱਚ ਬੁੱਧ ਬੰਦ ਅੱਖਾਂ ਨਾਲ ਸੰਸਾਰ ਨੂੰ ਵੇਖ ਰਿਹਾ ਸੀ। ਇੱਕ ਅਸਮਾਨ ਪੰਛੀਆਂ ਦੀ ਪਰਵਾਜ਼ ਨੂੰ ਉਡੀਕ ਰਿਹਾ ਸੀ। ਜੋ ਸਪਸ਼ਟ ਹੁੰਦਾ ਹੈ ਉਹ ਚਿੱਤਰਕਾਰ ਨੂੰ ਪ੍ਰਵਾਨ ਨਹੀਂ ਹੁੰਦਾ। ਚਿੱਤਰਾਂ ਦੇ ਨਾਮ ਬੜੇ ਦਿਲਚਸਪ ਹੁੰਦੇ ਹਨ, ਬੁਝਾਰਤਾਂ ਵਰਗੇ। ਇੱਕ ਅਮਰੀਕਨ ਚਿੱਤਰਕਾਰ ਆਪਣੇ ਇੱਕ ਚਿੱਤਰ 'ਤੇ 20 ਸਾਲ ਕੰਮ ਕਰਦਾ ਰਿਹਾ। ਉਸਨੇ ਚਿੱਤਰ ਨੂੰ ਸੰਸਾਰ ਯਾਤਰਾ ਦਾ ਨਾਂ ਦਿੱਤਾ। ਸਾਜ਼ ਦੀ ਇੱਕ ਤਾਰ ਵਾਲੇ ਚਿੱਤਰ ਨੂੰ ਨਾਂ ਦਿੱਤਾ ਗਿਆ ਸੀ ਔਰਤ। ਚਿੱਤਰ ਵਿੱਚ ਔਰਤ ਦੇ ਨੈਣ ਨਕਸ਼ ਬਣਾਉਣੇ ਬੜੇ ਸੌਖੇ ਹੁੰਦੇ ਹਨ, ਪਰ ਚਿੱਤਰੇ ਹੋਏ ਮੱਥੇ ਵਿੱਚ ਸੋਚ ਭਰਨ ਵਿੱਚ ਕਈ ਸਾਲ ਲੱਗ ਜਾਂਦੇ ਹਨ। ਹਰ ਚਿੱਤਰਕਾਰ ਦੇ ਕੁਝ ਨਿੱਜੀ ਰੰਗ ਹੁੰਦੇ ਹਨ ਅਤੇ ਕੋਈ ਇੱਕ ਲਾਡਲਾ ਰੰਗ ਵੀ ਹੁੰਦਾ ਹੈ, ਜਿਨ੍ਹਾਂ ਰੰਗਾਂ ਨਾਲ ਚਿੱਤਰਕਾਰ ਸਹਿਜ ਹੋ ਜਾਂਦਾ ਹੈ। ਉਹ ਰੰਗ ਉਸਦੀ ਨਿੱਜੀ ਪਛਾਣ ਹੋ ਨਿਬੜਦੇ ਹਨ। ਕਿਧਰੇ-ਕਿਧਰੇ ਕਲਾਕਾਰ ਦੀ ਕਲਪਨਾ ਅਤੇ ਉਸਦੇ ਰੰਗ ਟਕਰਾਉਂਦੇ ਵੀ ਹਨ। ਇਹ ਟਕਰਾਓ ਚਿੱਤਰਕਾਰ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ ਕਿਉਂਕਿ ਕਿਆਸਿਆ ਹੋਇਆ ਸੰਤੁਲਨ ਅਤੇ ਗਹਿਰਾਈ ਨਹੀਂ ਉਪਜਦੀ। ਚਿੱਤਰਕਾਰੀ ਵਿੱਚ ਰੰਗਾਂ ਨੂੰ ਵਰਤਣ ਦੀ ਉਵੇਂ ਹੀ ਖੁੱਲ੍ਹ ਹੁੰਦੀ ਹੈ ਜਿਵੇਂ ਕਵਿਤਾ ਵਿੱਚ ਸ਼ਬਦਾਂ ਨੂੰ ਵਰਤਣ ਦੀ। ਚਿੱਤਰਕਾਰੀ ਰੰਗਾਂ ਅਤੇ ਪ੍ਰਤੀਕਾਂ ਦੀ ਕਲਾ ਹੈ। ਹਲਕੇ ਰੰਗ ਮਨਮੋਹਕ ਅਤੇ ਠੰਡੇ ਹੁੰਦੇ ਹਨ, ਜਦੋਂ ਕਿ ਗੂੜ੍ਹੇ ਰੰਗ ਡੂੰਘੇ ਅਤੇ ਸ਼ਿੱਦਤ ਭਰੇ ਹੁੰਦੇ ਹਨ। ਇਸ ਖੇਤਰ ਵਿੱਚ ਰੰਗਾਂ ਦੀ ਬੋਲੀ ਅਤੇ ਡਰਾਇੰਗ ਦੀ ਕਲਾ ਸਿੱਖਣ ਦੀ ਲੋੜ ਪੈਂਦੀ ਹੈ। ਚਿੱਤਰਕਾਰੀ ਦੀ ਸਾਹਿਤ ਦੇ ਮੁਕਾਬਲੇ ਸੰਗੀਤ ਨਾਲ ਨੇੜਤਾ ਵਧੇਰੇ ਹੈ। ਰੰਗਾਂ ਵਿੱਚ ਵੀ ਸੁਰ ਅਤੇ ਲੋਅ ਹੁੰਦੀ ਹੈ। ਰੰਗਾਂ ਵਿੱਚ ਵੀ ਸੁਰ ਅਤੇ ਲੈਅ ਹੁੰਦੀ ਹੈ। ਅਕਸਰ ਚਿੱਤਰਕਾਰ ਚਿੱਤਰਾਂ ਦੀ ਲੜੀ ਚਿੱਤਰਦੇ ਹਨ। ਹਰ ਚਿੱਤਰ ਨਵੇਂ ਚਿੱਤਰ ਲਈ ਪ੍ਰੇਰਨਾ ਬਣ ਜਾਂਦਾ ਹੈ। ਵੱਖ-ਵੱਖ ਵਿਸ਼ਿਆਂ ਨੂੰ ਚਿੱਤਰਨ ਕਾਰਨ ਹਰ ਚਿੱਤਰਕਾਰ ਦੀ ਚਿੱਤਰਕਲਾ ਦੀ ਵੰਨਗੀ ਦਾ ਪਤਾ ਲੱਗਦਾ ਹੈ। ਇੱਕ ਚਿੱਤਰਕਾਰ ਗੂੜ੍ਹੇ ਰੰਗਾਂ ਵਾਲੇ ਕੇਵਲ ਘੋੜੇ ਚਿੱਤਰਦਾ ਸੀ। ਇੱਕ ਚਿੱਤਰਕਾਰ ਕੂਲੇ ਰੰਗਾਂ ਵਾਲੇ ਕੇਵਲ ਇਸਤਰੀ ਚਿਹਰੇ ਚਿੱਤਰਦਾ ਸੀ। ਕੂਲੇ ਅਤੇ ਪੱਧਰੇ ਰੰਗ ਸਥਿਰਤਾ ਅਤੇ ਟਿਕਾਊ ਦਾ ਪ੍ਰਭਾਵ ਸਿਰਜਦੇ ਹਨ, ਜਦੋਂ ਕਿ ਹਰਕਤ ਜਾਂ ਰਫ਼ਤਾਰ ਵਿਖਾਉਣ ਲਈ ਵੱਖਰੇ ਰੰਗ ਵਰਤੇ ਜਾਂਦੇ ਹਨ। ਚਿੱਤਰਕਾਰ ਚਿੱਤਰ ਵਿੱਚ ਫੁੱਲ ਨਹੀਂ ਉਗਾਉਂਦਾ, ਉਹ ਰੰਗ ਲਾਉਂਦਾ ਹੈ। ਹਵਾ ਵਿੱਚ ਝੂਮਦਾ ਅਤੇ ਹਨੇਰੀ ਨਾਲ ਜੂਝਦਾ ਦਰੱਖਤ ਵੀ ਰੰਗਾਂ ਨਾਲ ਉਸਾਰਿਆ ਜਾਂਦਾ ਹੈ। ਚਿੱਤਰਕਾਰ ਸੋਚਦਾ ਹੀ ਰੰਗਾਂ ਨਾਲ ਹੈ। ਰੰਗ ਚਿੱਤਰਕਾਰ ਦਾ ਪਰਿਵਾਰ ਹੁੰਦੇ ਹਨ। ਇੱਕ ਵਾਰੀ ਚਿੱਤਰਕਾਰ ਦੀ ਪ੍ਰੇਮਿਕਾ ਨੇ ਉਸਨੂੰ ਆਵਾਜ਼ ਮਾਰੀ ਅਤੇ ਉਹ ਸਭੇ ਰੰਗ ਛੱਡ ਕੇ ਪਹੁੰਚਿਆ। ਇੱਕ ਚਿੱਤਰਕਾਰ ਬਿਮਾਰ ਪੈ ਗਿਆ। ਡਾਕਟਰ ਨੇ ਕਿਹਾ, ਇਸਨੂੰ ਰੰਗ ਸੁੰਘਾਓ। ਚਿੱਤਰ ਵਿਚਲੀ ਰੋਸ਼ਨੀ ਰੰਗਾਂ ਨੂੰ ਚਰਿੱਤਰ ਪ੍ਰਦਾਨ ਕਰਦੀ ਹੈ। ਜਦੋਂ ਤੱਕ ਚਿੱਤਰਕਾਰ ਸਾਹਮਣੇ ਰਹਿੰਦਾ ਹੈ, ਉਹ ਉਸ ਵਿੱਚ ਨਿਰੰਤਰ ਤਬਦੀਲੀਆਂ ਕਰਦਾ ਰਹਿੰਦਾ ਹੈ।
ਟਿਸ਼ੀਅਨ ਨੇ ਇੱਕ ਚਿੱਤਰ 7 ਸਾਲ ਵਿੱਚ ਪੂਰਾ ਕੀਤਾ। ਲਿਓਨਾਰਦੋ ਮੋਨਾਲੀਜ਼ਾ ਦੇ ਚਿੱਤਰ ਵਿੱਚ 15 ਸਾਲ ਤਬਦੀਲੀਆਂ ਕਰਦਾ ਰਿਹਾ। ਇਹ ਚਿੱਤਰ ਚਿੱਤਰਨ ਤੋਂ ਪਹਿਲਾਂ ਉਸਨੇ ਸਰੀਰਕ ਵਿਗਿਆਨ ਦਾ ਗਿਆਨ ਪ੍ਰਾਪਤ ਕਰਨ ਲਈ 30 ਮੁਰਦਾ ਸਰੀਰਾਂ ਦੀ ਚੀਰ-ਫਾੜ ਕੀਤੀ ਸੀ। ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਨੂੰ ਇੱਕ ਗੁਰੂ ਸਾਹਿਬ ਦਾ ਚਿੱਤਰ ਪੂਰਾ ਕਰਨ ਵਿੱਚ 7-8 ਸਾਲ ਲੱਗੇ ਸਨ। ਹਰੇਕ ਚਿੱਤਰਕਾਰ ਨੂੰ ਆਪਣੀ ਨਿਵੇਕਲੀ ਸ਼ੈਲੀ ਉਸਾਰਨ ਵਿੱਚ ਦਹਾਕੇ ਲੱਗ ਜਾਂਦੇ ਹਨ। ਸੋਭਾ ਸਿੰਘ ਦੇ ਸਿੱਖ ਗੁਰੂਆਂ ਦੇ ਚਿੱਤਰ ਅਤੇ ਰਾਜਾ ਰਵੀ ਵਰਮਾ ਦੇ ਹਿੰਦੂ ਦੇਵੀ ਦੇਵਤਿਆਂ ਦੇ ਚਿੱਤਰ ਉਹਨਾਂ ਦੀ ਪਛਾਣ ਬਣੇ ਹਨ। ਅੰਮ੍ਰਿਤਾ ਸ਼ੇਰਗਿੱਲ ਸਾਡੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀ ਚਿੱਤਰਕਾਰਾ ਹੈ। ਰੇਡੀਓ, ਸਿਨੇਮੇ ਅਤੇ ਟੈਲੀਵਿਜ਼ਨ ਨੇ ਗੀਤ, ਸੰਗੀਤ ਅਤੇ ਨ੍ਰਿਤ ਨੂੰ ਆਮ ਵਿਅਕਤੀ ਦੀ ਪਹੁੰਚ ਵਿੱਚ ਲਿਆਂਦਾ ਹੈ, ਜਦੋਂ ਕਿ ਚਿੱਤਰਕਾਰੀ ਅਤੇ ਮੂਰਤੀ ਕਲਾ ਸਮਾਜ ਦੇ ਅਮੀਰ ਅਤੇ ਉੱਚ ਵਰਗ ਦੇ ਲੋਕਾਂ ਤੱਕ ਸੀਮਤ ਹਨ। ਚਿੱਤਰਕਾਰੀ ਬੜੀ ਮਹਿੰਗੀ ਕਲਾ ਹੈ। ਇਸ ਖੇਤਰ ਵਿੱਚ ਕੁਝ ਨਿਵੇਕਲਾ ਕਰ ਵਿਖਾਉਣ ਵਿੱਚ ਲਗਭਗ 40 ਸਾਲ ਲੱਗ ਜਾਂਦੇ ਹਨ। ਕਲਾਕਾਰ ਉਹ ਕੁਝ ਪੇਸ਼ ਕਰਦਾ ਹੈ ਜੋ ਪੇਸ਼ ਕਰਨ ਦਾ ਉਸਦਾ ਦਿਲ ਕਰਦਾ ਹੈ। ਕਲਾ ਕੋਈ ਹੋਵੇ, ਸੁਤੰਤਰ ਹੋਣਾ ਕਲਾਕਾਰ ਦੀ ਪਹਿਲੀ ਅਤੇ ਲਾਜ਼ਮੀ ਸ਼ਰਤ ਹੁੰਦੀ ਹੈ। ਸਵੈਮਾਨ ਕਲਾਕਾਰ ਦਾ ਅਮੀਰੀ ਲੱਛਣ ਹੁੰਦਾ ਹੈ। ਇੱਕ ਇਸਤਰੀ ਨੇ ਇੱਕ ਪ੍ਰਸਿੱਧ ਚਿੱਤਰਕਾਰ ਨੂੰ ਵੱਡੀ ਅਦਾਇਗੀ ਦਾ ਵਾਅਦਾ ਕਰਕੇ ਆਪਣੇ ਗੁਜ਼ਰ ਗਏ ਪਤੀ ਦਾ ਚਿੱਤਰ ਬਣਾਉਣ ਲਈ ਕਿਹਾ। ਚਿੱਤਰਕਾਰ ਨੇ ਲਗਾਤਾਰ ਕਾਰਜ ਕਰਕੇ 1 ਮਹੀਨੇ ਵਿੱਚ ਜਦੋਂ ਚਿੱਤਰ ਬਣਾ ਦਿੱਤਾ ਤਾਂ ਉਸ ਇਸਤਰੀ ਨੇ ਵਾਅਦੇ ਵਾਲੀ ਰਾਸ਼ੀ ਅਦਾ ਕਰਨ ਵਿੱਚ ਇਹ ਕਹਿ ਕੇ ਝਿਜਕ ਵਿਖਾਈ ਕਿ ਚਿੱਤਰਕਾਰ ਨੇ ਕੇਵਲ 1 ਮਹੀਨਾ ਕੰਮ ਕੀਤਾ ਸੀ। ਚਿੱਤਰਕਾਰ ਨੇ ਸਵੈਮਾਨ ਨਾਲ ਕਿਹਾ, ਇਸ 1 ਮਹੀਨੇ ਪਿੱਛੇ 50 ਸਾਲ ਦੀ ਤਿਆਰੀ ਸੀ। ਅਤੇ ਇਹ ਕਹਿੰਦਿਆਂ ਚਿੱਤਰਕਾਰ ਨੇ ਉਸ ਇਸਤਰੀ ਦੇ ਪਤੀ ਦੇ ਬਣਾਏ ਚਿੱਤਰ ਉੱਤੇ ਕਾਲਾ ਰੰਗ ਫੇਰ ਦਿੱਤਾ ਅਤੇ ਕਿਹਾ, ਇਹ ਮੇਰੇ ਵੱਲੋਂ ਮੁਫਤ ਭੇਟਾ ਹੈ। ਕਲਾਕਾਰ ਅਕਸਰ ਇਕੱਲੇ ਅਤੇ ਇਕਾਂਤਵਾਸੀ ਹੁੰਦੇ ਹਨ। ਉਹਨਾਂ ਦੇ ਵੱਖਰੇ, ਅਨੋਖੇ ਅਤੇ ਨਿਆਰੇ ਹੋਣ ਬਾਰੇ ਅਨੇਕਾਂ ਦਿਲਚਸਪ ਕਹਾਣੀਆਂ ਪ੍ਰਚਲਿਤ ਹੋ ਜਾਂਦੀਆਂ ਹਨ। ਇੱਕ ਚਿੱਤਰਕਾਰ ਆਪਣੇ ਚਿੱਤਰਾਂ 'ਤੇ ਦਸਤਖਤ ਨਹੀਂ ਸੀ ਕਰਦਾ ਕਿਉਂਕਿ ਉਸ ਦਾ ਤਰਕ ਸੀ ਕਿ ਰੱਬ ਨੇ ਕਿਤਨੇ ਸੂਰਜ, ਚੰਨ, ਧਰਤੀਆਂ, ਜੰਗਲ, ਦਰਿਆ ਸਿਰਜੇ ਹਨ, ਪਰ ਕਿਧਰੇ ਦਸਤਖਤ ਨਹੀਂ ਕੀਤੇ। ਚਿੱਤਰਕਾਰ ਦਾ ਬਣਾਇਆ ਚਿੱਤਰ ਹੀ ਉਸਦੇ ਦਸਤਖਤ ਹਨ। ਸਲਵੇਡੋਰ ਡਾਲੀ ਹਰ ਰੋਜ਼ ਆਪਣੀ ਮਰ ਰਹੀ ਪਤਨੀ ਦਾ ਨਵਾਂ ਚਿੱਤਰ ਬਣਾਉਂਦਾ ਸੀ। ਇਹਨਾਂ ਚਿੱਤਰਾਂ ਕਾਰਨ ਉਹ ਵਿਸ਼ਵ ਵਿੱਚ ਪ੍ਰਸਿੱਧ ਹੋਇਆ। ਇੱਕ ਮਛੇਰਨ ਨੇ ਸਮੁੰਦਰ ਕੰਢੇ ਬੈਠੇ ਵਿਸ਼ਵ ਪ੍ਰਸਿੱਧੀ ਵਾਲੇ ਚਿੱਤਰਕਾਰ ਵੈਨ ਗਾਗ ਨੂੰ ਸੂਰਜ ਦਾ ਚਿੱਤਰ ਬਣਾਉਂਦਿਆਂ ਵੇਖ ਕੇ ਕਿਹਾ, ਭਾਈ ਇੱਥੇ ਹੀ ਬੈਠਾ ਰਹੀਂ, ਮੈਂ ਆਪਣੇ ਮਰਦ ਨੂੰ ਬੁਲਾ ਲਿਆਵਾਂ, ਉਹ ਵੀ ਤੇਰਾ ਇਹ ਸੂਰਜ ਵੇਖ ਲਵੇ ਜਿਹੋ ਜਿਹਾ ਅਸੀਂ ਪਹਿਲਾਂ ਕਦੇ ਨਹੀਂ ਵੇਖਿਆ। ਇੱਕ ਚਿੱਤਰਕਾਰਾ ਫੁੱਲਾਂ ਦੇ ਆਪਣੇ ਇੱਕ ਚਿੱਤਰ ਨੂੰ ਵੇਚਣਾ ਨਹੀਂ ਚਾਹੁੰਦੀ ਸੀ। ਜਦੋਂ ਕੋਈ ਉਸ ਨਾਲ ਉਹ ਚਿੱਤਰ ਖਰੀਦਣ ਦੀ ਗੱਲ ਕਰਦਾ ਸੀ ਤਾਂ ਉਹ ਇਤਨਾ ਮੁੱਲ ਮੰਗ ਲੈਂਦੀ ਸੀ ਕਿ ਕੋਈ ਖਰੀਦਣ ਲਈ ਤਿਆਰ ਨਹੀਂ ਸੀ ਹੁੰਦਾ। ਇੱਕ ਵਾਰੀ ਉਸਨੇ $20 ਲੱਖ ਕੀਮਤ ਮੰਗੀ, ਜਿਹੜੀ ਪੁੱਛਣ ਵਾਲਾ ਅਦਾ ਕਰਕੇ ਚਿੱਤਰ ਲੈ ਗਿਆ। ਇਸ ਸਫਲਤਾ ਨਾਲ ਉਸਦਾ ਰੰਗ ਪੀਲਾ ਪੈ ਗਿਆ ਅਤੇ ਉਹ ਇਤਨੀ ਉਖੜ ਗਈ ਕਿ ਮਗਰੋਂ ਉਸ ਤੋਂ ਕੋਈ ਚਿੱਤਰ ਬਣਿਆ ਹੀ ਨਾ। ਇੱਕ ਚਿੱਤਰਕਾਰ ਦਾ ਇੱਕ ਵਿਸ਼ੇਸ਼ ਚਿੱਤਰ ਜਦੋਂ ਕੋਈ ਖਰੀਦਣਾ ਚਾਹੁੰਦਾ ਸੀ ਤਾਂ ਉਹ ਪੁੱਛਦਾ ਸੀ, ਕਿਉਂ ਖਰੀਦਣਾ ਚਾਹੁੰਦੇ ਹੋ? ਉਹ ਚਿੱਤਰਕਾਰ ਕਿਹਾ ਕਰਦਾ ਸੀ, ਜੇ ਮੈਨੂੰ ਤੁਹਾਡਾ ਉੱਤਰ ਜਚਿਆ ਤਾਂ ਹੀ ਵੇਚਾਂਗਾ। ਲਿਓਨਾਰਦੋ ਨੇ ਮੋਨਾਲੀਜ਼ਾ ਦਾ ਚਿੱਤਰ ਇਹ ਕਹਿ ਕੇ ਕਦੇ ਨਾ ਵੇਚਿਆ ਕਿ ਇਹ ਅਜੇ ਅਧੂਰਾ ਹੈ। ਇਹ ਅਜੋਕੇ ਸੰਸਾਰ ਦਾ ਸਭ ਤੋਂ ਕੀਮਤੀ ਚਿੱਤਰ ਹੈ। ਇੱਕ ਵਿਅਕਤੀ ਇੱਕ ਲੜਕੀ ਦਾ ਚਿੱਤਰ ਵੇਖਿਆ ਕਰਦਾ ਸੀ ਜਿਸ ਦੀ ਮਾਂ ਮਰ ਗਈ ਸੀ, ਜਿਸ ਕਾਰਨ ਲੜਕੀ ਦੀ ਅੱਖ ਵਿੱਚ ਇੱਕ ਹੰਝੂ ਸੀ। ਇਹ ਹੰਝੂ ਉਹ ਵੇਖਦਾ ਰਹਿੰਦਾ ਸੀ ਅਤੇ ਸੋਚਦਾ ਰਹਿੰਦਾ ਸੀ ਕਿ ਇਹ ਬੇਵਸੀ ਦਾ ਹੰਝੂ ਸੀ ਜਾਂ ਦਰਦ ਦਾ ਹੰਝੂ ਸੀ, ਇਹ ਨਿਆਸਰੇਪਣ ਦਾ ਹੰਝੂ ਸੀ ਜਾਂ ਵਿਛੋੜੇ ਦੇ ਦੁੱਖ ਦਾ ਹੰਝੂ ਸੀ, ਇਹ ਸੰਕਟ ਦਾ ਸੰਕੇਤ ਸੀ ਜਾਂ ਭੇ ਘਾਟੇ ਤੇ ਵਿਰਲਾਪ ਸੀ, ਜਾਂ ਇਹ ਆਉਣ ਵਾਲੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਹੰਝੂ ਸੀ। ਇਸ ਹੰਝੂ ਨੇ ਉਸ ਵਿਅਕਤੀ ਨੂੰ ਸੋਭਾ ਸਿੰਘ ਚਿੱਤਰਕਾਰ ਬਣਾ ਦਿੱਤਾ ਸੀ। ਪਿਕਾਸੋ ਦੀ ਮਾਂ ਉਸਨੂੰ ਪ੍ਰੇਰਨ ਲਈ ਅਕਸਰ ਕਿਹਾ ਕਰਦੀ ਸੀ, ਜੇ ਤੂੰ ਪਾਦਰੀ ਬਣਿਆ ਤਾਂ ਪੋਪ ਬਣ ਜਾਵੇਂਗਾ, ਜੇ ਫੌਜ ਵਿੱਚ ਗਿਆ ਤਾਂ ਜਰਨੈਲ ਹੋ ਜਾਵੇਂਗਾ। ਪਰ ਉਹ ਵਿਸ਼ਵ ਪੱਧਰ ਦਾ ਚਿੱਤਰਕਾਰ ਬਣਿਆ ਅਤੇ ਪਿਕਾਸੋ ਹੋ ਨਿਬੜਿਆ
ਅਤੇ ਚਿੱਤਰਕਾਰੀ ਜਗਤ ਵਿੱਚ ਸਭ ਪਾਸੇ ਪਿਕਾਸੋ ਹੋ ਗਈ। ਪਿਕਾਸੋ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਟੁੱਟ ਭੱਜ ਨੂੰ ਪੇਸ਼ ਕਰਦਾ ਸੀ। ਵਿਸ਼ਵ ਪ੍ਰਸਿੱਧ ਚਿੱਤਰਕਾਰ ਟਰਨਰ ਨੇ ਸਮੁੰਦਰੀ ਤੂਫਾਨ ਦਾ ਇੱਕ ਚਿੱਤਰ ਬਣਾਇਆ ਸੀ। ਇਸ ਉਦੇਸ਼ ਲਈ ਉਹ ਸਮੁੰਦਰੀ ਤੂਫਾਨਾਂ ਵਾਲੇ ਦੇਸ਼ ਹਾਲੈਂਡ ਗਿਆ ਅਤੇ ਉੱਥੇ ਉਹ ਮਲਾਹਾਂ ਵਿੱਚ ਰਿਹਾ। ਉਹ ਤੂਫਾਨ ਨੂੰ ਤੂਫਾਨ ਵਿੱਚ ਘਿਰ ਕੇ ਵੇਖਣਾ ਚਾਹੁੰਦਾ ਸੀ। ਉਸਨੇ ਇੱਕ ਮਲਾਹ ਨੂੰ ਕਿਹਾ ਕਿ ਉਹ ਉਸਨੂੰ ਆਪਣੀ 3 ਮੰਜ਼ਲੀ ਵੱਡੀ ਬੇੜੀ ਦੇ ਸਿਖਰਲੇ ਥੰਮਲੇ ਨਾਲ ਬੰਨ੍ਹ ਦੇਵੇ। ਸਮੁੰਦਰ ਵਿੱਚ ਤੂਫਾਨ ਬਣ ਰਿਹਾ ਸੀ, ਜ਼ੋਰ ਫੜ ਰਿਹਾ ਸੀ। ਜਦੋਂ ਤੂਫਾਨ ਪੂਰੀ ਤਾਕਤ ਨਾਲ ਝੁੱਲਿਆ ਤਾਂ ਉਸਨੇ ਟਰਨਰ ਦੇ ਪਾਸੇ ਭੰਨ ਦਿੱਤੇ। ਉਹ ਬਾਰ-ਬਾਰ ਥੰਮਲੇ ਨਾਲ ਟਕਰਾਇਆ। ਉਸਨੂੰ ਤੂਫਾਨ ਤਲਵਾਰ ਵਾਂਗ ਕੱਟ ਰਿਹਾ ਸੀ, ਕੋਡੇ ਮਾਰ ਰਿਹਾ ਸੀ, ਹਾਥੀ ਵਾਂਗ ਬਾਰ-ਬਾਰ ਪਟਕ ਰਿਹਾ ਸੀ। ਤੂਫਾਨ ਟਰਨਰ ਦੇ ਅੰਦਰ ਪਹੁੰਚ ਗਿਆ ਸੀ। ਟਰਨਰ ਨੇ ਨਾ ਕੇਵਲ ਤੂਫਾਨ ਦੀ ਤੂਫਾਨੀਅਤ ਨੂੰ ਵੇਖਿਆ, ਸਗੋਂ ਉਸਦੀ ਅਣਕਿਆਸੀ ਮਾਰ ਵੀ ਖਾਧੀ। ਵਾਪਸ ਆ ਕੇ ਉਸਨੇ ਜੋ ਵੇਖਿਆ, ਹੰਢਾਇਆ, ਝੱਲਿਆ, ਮਹਿਸੂਸਿਆ, ਉਹ ਚਿੱਤਰ ਦਿੱਤਾ ਅਤੇ ਇਹ ਵਿਸ਼ਵ ਪੱਧਰ ਦਾ ਚਿੱਤਰ ਬਣਿਆ। ਚਿੱਤਰਕਾਰੀ ਦੀ ਇੱਕ ਕਲਾਸ ਵਿੱਚ ਛੋਟੇ ਬੱਚਿਆਂ ਨੂੰ ਰੱਬ ਦਾ ਚਿੱਤਰ ਬਣਾਉਣ ਲਈ ਕਿਹਾ ਗਿਆ। ਬੱਚਿਆਂ ਨੇ ਭਾਂਤ-ਭਾਂਤ ਦੇ ਆਕਾਰਾਂ, ਸ਼ਕਲਾਂ, ਰੂਪਾਂ ਵਾਲੇ ਚਿੱਤਰ ਬਣਾਏ। ਜਿਸ ਨੂੰ ਇਨਾਮ ਮਿਲਿਆ, ਉਸ ਲੜਕੀ ਨੇ ਇੱਕ ਜੰਗਲ ਦਾ ਦਰੱਖਤਾਂ, ਫੁੱਲਾਂ, ਬੂਟਿਆਂ ਦਾ ਚਿੱਤਰ ਬਣਾ ਕੇ ਥੱਲੇ ਲਿਖਿਆ, ਰੱਬ ਇੱਥੇ ਰਹਿੰਦਾ ਹੈ। ਇੱਕ ਰਾਜਾ ਸੀ ਪਰ ਕਾਣਾ ਅਤੇ ਲੰਗੜਾ ਸੀ। ਉਸਨੂੰ ਆਪਣਾ ਕੋਈ ਚਿੱਤਰ ਪਸੰਦ ਨਹੀਂ ਸੀ ਆਉਂਦਾ। ਉਸਨੇ ਐਲਾਨ ਕੀਤਾ ਕਿ ਜਿਹੜਾ ਉਸ ਨੂੰ ਪਸੰਦ ਆਉਣ ਵਾਲਾ ਚਿੱਤਰ ਬਣਾਵੇਗਾ, ਉਸਨੂੰ ਮੂੰਹ ਮੰਗਿਆ ਇਨਾਮ ਮਿਲੇਗਾ। ਵੱਡੇ-ਵੱਡੇ ਚਿੱਤਰਕਾਰ ਆਏ ਪਰ ਕੋਈ ਵੀ ਉਸਦੇ ਕਾਣੇਪਣ ਅਤੇ ਲੰਗੜੇਪਣ ਨੂੰ ਲੁਕਾ ਨਾ ਸਕਿਆ। ਚਿੱਤਰਕਾਰੀ ਦੇ ਇੱਕ ਅਧਿਆਪਕ ਨੇ ਚਿੱਤਰ ਬਣਾਇਆ ਜਿਸ ਵਿੱਚ ਰਾਜੇ ਨੂੰ ਬੰਦੂਕ ਨਾਲ ਸ਼ੇਰ ਨੂੰ ਨਿਸ਼ਾਨਾ ਬਣਾਉਂਦਿਆਂ ਵਿਖਾਇਆ ਅਤੇ ਉਸਦੀ ਨੁਕਸਦਾਰ ਅੱਖ ਨਿਸ਼ਾਨਾ ਲਾਉਣ ਕਾਰਨ ਬੰਦ ਸੀ ਅਤੇ ਉਸਦੇ ਇੱਕ ਲੱਤ ਤੋਂ ਝੁਕੇ ਹੋਣ ਕਾਰਨ ਉਸਦਾ ਲੰਗੜਾਪਣ ਗਾਇਬ ਸੀ। ਰਾਜੇ ਨੂੰ ਚਿੱਤਰ ਪਸੰਦ ਆ ਗਿਆ। ਅਧਿਆਪਕ ਤੋਂ ਪੁੱਛਿਆ ਗਿਆ ਕਿ ਕੀ ਇਨਾਮ ਦਿੱਤਾ ਜਾਵੇ ਤਾਂ ਆਪਣੇ ਲਈ ਕੁਝ ਮੰਗਣ ਦੀ ਬਜਾਏ ਅਧਿਆਪਕ ਨੇ ਕਿਹਾ, ਮੇਰੇ ਸਕੂਲ ਨੂੰ ਚਿੱਤਰਕਾਰੀ ਲਈ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਇੱਕ ਵਾਰੀ ਵਿਸ਼ਵ ਪ੍ਰਸਿੱਧ ਚਿੱਤਰਕਾਰ ਪਿਕਾਸੋ ਨੇ ਆਪਣੀ ਜਾਣੂ ਇੱਕ ਇਸਤਰੀ ਨੂੰ ਉਸਦਾ ਚਿਹਰਾ ਚਿੱਤਰ ਕੇ ਤੋਹਫ਼ੇ ਵਜੋਂ ਦੇਣ ਦਾ ਵਾਅਦਾ ਕੀਤਾ ਸੀ। ਉਸਨੂੰ ਸਾਹਮਣੇ ਬਿਠਾ ਕੇ ਪਿਕਾਸੋ ਨੇ 80 ਵਾਰ ਉਸਦਾ ਚਿਹਰਾ ਚਿੱਤਰਨ ਦਾ ਯਤਨ ਕੀਤਾ, ਪਰ ਹਰ ਵਾਰੀ ਉਹ ਆਪਣੇ ਬਣਾਏ ਚਿੱਤਰ ਨੂੰ ਮੇਟਦਾ ਰਿਹਾ। ਇੱਕ ਵਾਰੀ ਸਪੇਨ ਦੇ ਇੱਕ ਹੋਟਲ ਵਿੱਚ ਉਸਨੇ ਅਚਾਨਕ 2 ਘੰਟਿਆਂ ਵਿੱਚ ਹੀ ਆਪਣੀ ਕਲਪਨਾ ਨਾਲ ਉਸ ਜਾਣੂ ਇਸਤਰੀ ਦਾ ਚਿਹਰਾ ਚਿੱਤਰ ਦਿੱਤਾ। ਜਦੋਂ ਉਸ ਇਸਤਰੀ ਦੇ ਜਾਣੂਆਂ ਨੇ ਵੇਖਿਆ ਤਾਂ ਕਿਹਾ, ਇਸ ਚਿੱਤਰ ਵਾਲਾ ਚਿਹਰਾ ਇਸਤਰੀ ਦੇ ਚਿਹਰੇ ਨਾਲ ਮੇਲ ਨਹੀਂ ਖਾਂਦਾ। ਸੁਣ ਕੇ ਪਿਕਾਸੋ ਨੇ ਕਿਹਾ, 2-3 ਸਾਲਾਂ ਵਿੱਚ ਮੇਲ ਖਾਣ ਲੱਗ ਪਏਗਾ। ਪਿਕਾਸੋ ਦੇ ਬਣਾਏ ਆਪਣੇ ਚਿਹਰੇ ਨੂੰ ਵੇਖ ਕੇ ਉਸ ਇਸਤਰੀ ਦਾ ਚਿਹਰਾ ਚਿੱਤਰ ਵਿਚਲੇ ਚਿਹਰੇ ਅਨੁਸਾਰ ਬਦਲ ਗਿਆ ਸੀ ਅਤੇ ਚਿੱਤਰ ਚਿਹਰੇ ਅਨੁਸਾਰ ਨਹੀਂ, ਚਿਹਰਾ ਚਿੱਤਰ ਅਨੁਸਾਰ ਦਿਸਣ ਲੱਗ ਪਿਆ ਸੀ। ਜਿਨ੍ਹਾਂ ਨੂੰ ਚਿੱਤਰਕਾਰੀ ਦੀ ਸਮਝ ਨਹੀਂ ਹੁੰਦੀ ਉਹ ਬੜੀਆਂ ਹਾਸੋਹੀਣੀਆਂ ਗੱਲਾਂ ਕਰਦੇ ਹਨ। ਜਿਨ੍ਹਾਂ ਵਿੱਚ ਸੁਹਜ ਨਹੀਂ, ਕਲਾ ਉਹਨਾਂ ਦਾ ਖੇਤਰ ਨਹੀਂ ਹੁੰਦੀ। ਇੱਕ ਚਿੱਤਰਕਾਰ ਨੇ ਆਪਣੇ ਡਾਕਟਰ ਮਹਿਮਾਨ ਨੂੰ ਇੱਕ ਮਰ ਰਹੇ ਵਿਅਕਤੀ ਦਾ ਆਪਣਾ ਚਿੱਤਰ ਵਿਖਾਇਆ ਤਾਂ ਡਾਕਟਰ ਨੇ ਵੇਖ ਕੇ ਕਿਹਾ, ਮਲੇਰੀਆ। ਖਾਲਸੇ ਦੀ 3 ਸ਼ਤਾਬਦੀ ਦੇ ਅਵਸਰ 'ਤੇ ਪੰਜਾਬੀ ਸੱਭਿਆਚਾਰ ਅਤੇ ਸਿੱਖ ਇਤਿਹਾਸ ਤੋਂ ਅਣਜਾਣ ਇੱਕ ਵਿਦੇਸ਼ੀ ਚਿੱਤਰਕਾਰ ਨੂੰ ਸਿੱਖ ਯੋਧਿਆਂ ਦਾ ਚਿੱਤਰ ਬਣਾਉਣ ਲਈ ਦਿੱਤਾ ਗਿਆ, ਪਰ ਉਸਨੇ ਯੋਧਿਆਂ ਦੇ ਸੱਜੇ ਹੱਥਾਂ ਵਿੱਚ ਢਾਲਾਂ ਅਤੇ ਖੱਬੇ ਹੱਥਾਂ 'ਚ ਤਲਵਾਰਾਂ ਫੜਾਈਆਂ ਹੋਈਆਂ ਸਨ। ਉਂਝ ਚਿੱਤਰਾਂ ਤੋਂ ਪਰਦਾ ਹਟਾਇਆ ਜਾਂਦਾ ਹੈ, ਇਸ ਚਿੱਤਰ 'ਤੇ ਪਰਦਾ ਚੜ੍ਹਾਇਆ ਗਿਆ ਸੀ। ਕਿਸੇ ਨੇ ਆਪਣੇ ਚਿੱਤਰ ਦੇ ਕੋਲ ਖਲੋਤੇ ਇੱਕ ਪ੍ਰਸਿੱਧ ਚਿੱਤਰਕਾਰ ਨੂੰ ਪੁੱਛਿਆ, ਉਸਦੇ ਚਿੱਤਰ ਦੇ ਕੀ ਅਰਥ ਹਨ? ਉਸਨੇ ਕਿਹਾ, ਇਹ ਪ੍ਰਸ਼ਨ ਹੀ ਗਲਤ ਹੈ। ਚਿੱਤਰ ਅਰਥ ਨਹੀਂ ਪ੍ਰਗਟਾਉਂਦੇ, ਭਾਵ ਪ੍ਰਗਟਾਉਂਦੇ ਹਨ। ਇੱਕ ਘਰ ਵਿੱਚ ਇੱਕ ਚਿੱਤਰ ਟੰਗਿਆ ਹੀ ਉਲਟਾ ਹੋਇਆ ਸੀ। ਚਿੱਤਰ ਬਣਦਾ ਬੜਾ ਮੁਸ਼ਕਿਲ ਹੈ, ਪਰ ਲੱਗਦਾ ਹੈ ਸਹਿਜੇ ਹੀ ਬਣ ਗਿਆ ਹੋਵੇਗਾ। ਮਾਈਕਲ ਐਂਜਲੋ ਵੈਟੀਕਨ ਵਿੱਚ ਪੋਪ ਵੱਲੋਂ ਉਸਾਰੇ ਜਾ ਰਹੇ ਚਰਚ ਦੀ ਛੱਤ ਚਿੱਤਰਦਿਆਂ ਕੁੱਬਾ ਅਤੇ ਲਗਭਗ ਅੰਨ੍ਹਾ ਹੀ ਹੋ ਗਿਆ ਸੀ। ਜਦੋਂ ਪੋਪ ਨੇ ਮਾਈਕਲ ਐਂਜਲੋ ਨੂੰ ਰੋਮ ਵਿੱਚ ਸਿਸਟੀਨ ਚੈਪਲ ਦੀ ਛੱਤ ਚਿੱਤਰਨ ਦਾ ਕਾਰਜ ਦਿੱਤਾ
ਤਾਂ ਮਾਈਕਲ ਐਂਜਲੋ ਨੇ ਸ਼ਰਤ ਲਾਈ ਸੀ ਕਿ ਜਦੋਂ ਤੱਕ ਕੰਮ ਮੁਕੰਮਲ ਨਹੀਂ ਹੁੰਦਾ ਪੋਪ ਵੇਖਣ ਨਹੀਂ ਆਵੇਗਾ। ਇੱਕ ਵਾਰੀ ਪੋਪ ਵੇਖਣ ਲਈ ਆ ਗਿਆ। ਮਾਈਕਲ ਐਂਜਲੋ ਕੰਮ ਛੱਡ ਕੇ ਰੋਮ ਵੀ ਛੱਡ ਗਿਆ। ਆਖਰ ਪੋਪ ਨੇ ਗਲਤੀ ਮੰਨਦਿਆਂ ਕਿਹਾ ਸੀ ਮਾਈਕਲ ਐਂਜਲੋ ਨੂੰ ਹੋਰ ਪੋਪ ਮਿਲ ਜਾਵੇਗਾ, ਪਰ ਪੋਪ ਨੂੰ ਹੋਰ ਮਾਈਕਲ ਐਂਜਲੋ ਨਹੀਂ ਮਿਲੇਗਾ। ਚਿੱਤਰ ਬਣਾਇਆ ਨੇੜੇ ਹੋ ਕੇ ਜਾਂਦਾ ਹੈ, ਪਰ ਵੇਖਿਆ ਫਾਸਲੇ ਤੋਂ ਜਾਂਦਾ ਹੈ। ਕਲਾਕਾਰਾਂ ਦੇ ਸਰੀਰਕ ਮਾਨਸਿਕ ਤਣਾਅ ਉਹਨਾਂ ਨੂੰ ਸੁਖਾਲਾ ਜੀਵਨ ਜਿਉਣ ਨਹੀਂ ਦਿੰਦੇ, ਜਿਸ ਕਾਰਨ ਚਿੱਤਰਕਾਰ ਅਕਸਰ ਚੁੱਪ ਹੁੰਦੇ ਹਨ। ਇਕਾਂਤ ਅਤੇ ਇਕੱਲ ਵਿੱਚ ਵਿਚਰਨ ਅਤੇ ਖਾਮੋਸ਼ੀ ਦੀ ਚਾਦਰ ਵਿੱਚ ਲਿਪਟੇ ਕਲਾਕਾਰ ਕੁਝ ਹੋਰ ਹੀ ਬਣ ਜਾਂਦੇ ਹਨ। ਇਹ ਬਹੁਤੇ ਮਿਲਾਪੜੇ ਨਹੀਂ ਹੁੰਦੇ, ਸੋ ਇਹਨਾਂ ਦੀਆਂ ਪਤਨੀਆਂ ਪਰੇਸ਼ਾਨ ਹੀ ਰਹਿੰਦੀਆਂ ਹਨ। ਹਰ ਚਿੱਤਰਕਾਰ ਦੀ ਪਤਨੀ ਵਿਆਹ ਤੋਂ ਪਹਿਲਾਂ ਸਮਝਦੀ ਹੈ ਇਹ ਮੇਰੇ ਚਿੱਤਰ ਬਣਾਇਆ ਕਰੇਗਾ। ਕਿਸੇ ਕਲਾਕਾਰ ਦੀ ਪ੍ਰੇਰਨਾ ਉਸਦੀ ਪਤਨੀ ਨਹੀਂ ਹੁੰਦੀ। ਕੋਈ ਚਿੱਤਰਕਾਰ ਕਿਵੇਂ ਬਣਦਾ ਹੈ, ਇਸ ਦਾ ਕੋਈ ਫਾਰਮੂਲਾ ਨਹੀਂ ਹੈ। ਬਹੁਤੇ ਕਲਾਕਾਰ ਬਣੇ ਬਣਾਏ ਸਾਂਚਿਆਂ ਵਿੱਚ ਢਲ ਜਾਂਦੇ ਹਨ। ਜਿਹੜੇ ਆਜ਼ਾਦ ਰਹਿੰਦੇ ਹਨ ਉਹ ਹੀ ਕਲਾਕਾਰ ਅਖਵਾਉਂਦੇ ਹਨ ਅਤੇ ਉਹ ਆਪਣੀਆਂ ਸ਼ਰਤਾਂ 'ਤੇ ਜਿਉਂਦੇ ਅਤੇ ਆਪਣੀ ਮਰਜ਼ੀ ਨਾਲ ਕਾਰਜ ਕਰਦੇ ਹਨ। ਭਾਰਤ ਵਿੱਚ ਚਿੱਤਰਕਲਾ ਦੇ ਵਿਕਸਿਤ ਨਾ ਹੋਣ ਦੇ ਕਾਰਨ ਪ੍ਰਤੱਖ ਹਨ। ਅਸੀਂ ਸੰਸਾਰ ਤੋਂ ਬਹੁਤ ਪਿੱਛੇ ਹਾਂ। ਅਸੀਂ ਯੂਰਪ ਦੇ ਪਿਛਲੱਗ ਹਾਂ, ਇਸ ਲਈ ਮੌਲਿਕ ਨਹੀਂ ਹਾਂ। ਸਾਡੇ ਕੋਲ ਆਰਟ ਗੈਲਰੀਆਂ ਨਹੀਂ, ਕਲਾ ਆਲੋਚਕ ਨਹੀਂ, ਸਾਡੇ ਕੋਲ ਇਸ ਕਲਾ ਦੇ ਵਸੀਲੇ ਸਾਧਨ ਵੀ ਨਹੀਂ। ਚਿੱਤਰਕਲਾ ਹਰ ਕਿਸੇ ਲਈ ਨਹੀਂ ਹੁੰਦੀ। ਇਹ ਉਹਨਾਂ ਲਈ ਹੁੰਦੀ ਹੈ ਜਿਨ੍ਹਾਂ ਦੀ ਇਸ ਕਲਾ ਵਿੱਚ ਦਿਲਚਸਪੀ ਹੁੰਦੀ ਹੈ। ਫੋਟੋਗ੍ਰਾਫੀ ਨੇ ਵੀ ਚਿੱਤਰਕਲਾ ਨੂੰ ਕੁਚਲਿਆ ਹੈ। ਚਿੱਤਰ ਸਾਲਾਂ ਦਹਾਕਿਆਂ ਵਿੱਚ ਬਣਦਾ ਹੈ ਅਤੇ ਸਦੀਆਂ ਤੱਕ ਵੇਖਿਆ ਜਾਂਦਾ ਹੈ। ਫੋਟੋ ਸਕਿੰਟਾਂ ਵਿੱਚ ਖਿੱਚੀ ਜਾਂਦੀ ਹੈ ਅਤੇ ਘੰਟੇ ਵਿੱਚ ਪੁਰਾਣੀ ਹੋ ਜਾਂਦੀ ਹੈ। ਪ੍ਰਸਿੱਧ ਚਿੱਤਰਕਾਰਾਂ ਦੇ ਚਿੱਤਰ ਲੱਖਾਂ ਕਰੋੜਾਂ ਵਿੱਚ ਕਿਉਂ ਵਿਕਦੇ ਹਨ? ਕਾਰਨ ਇਹ ਹੈ ਕਿ ਕਲਾਕਾਰ ਦੀ ਪਛਾਣ 40-50 ਸਾਲ ਦੀ ਮਿਹਨਤ ਉਪਰੰਤ ਸਥਾਪਿਤ ਹੁੰਦੀ ਹੈ ਅਤੇ ਉਸਨੇ ਲੰਮਾ ਅਰਸਾ ਤੰਗੀ, ਗਰੀਬੀ, ਗੁੰਮਨਾਮੀ ਅਤੇ ਪਰੇਸ਼ਾਨੀ ਵਿੱਚ ਗੁਜ਼ਾਰਿਆ ਹੁੰਦਾ ਹੈ, ਕਿਉਂਕਿ ਲੋਕ ਕਲਾਕਾਰਾਂ ਨੂੰ ਵਿਹਲੇ ਅਤੇ ਸਿਰ ਫਿਰੇ ਹੀ ਸਮਝਦੇ ਹਨ। ਅਜੋਕੇ ਸਮੇਂ ਵਿੱਚ ਕਿਹਾ ਜਾਂਦਾ ਹੈ ਕਿ ਜਿਸ ਨੇ ਚਿੱਤਰਕਾਰ ਬਣਨਾ ਹੋਵੇ ਉਸ ਨੂੰ ਰੋਟੀ ਦਾ ਕੋਈ ਹੋਰ ਪ੍ਰਬੰਧ ਕਰ ਲੈਣਾ ਚਾਹੀਦਾ ਹੈ। ਜਦੋਂ ਪ੍ਰਸਿੱਧ ਕਲਾਕਾਰਾਂ ਦੇ ਚਿੱਤਰ ਵਿਕਦੇ ਹਨ ਤਾਂ ਉਦੋਂ ਦਹਾਕਿਆਂ ਦੀ ਕੀਤੀ ਮਿਹਨਤ ਦੀ ਇਕੱਠੀ ਹੋਈ ਉਜਰਤ ਅਦਾ ਹੋ ਰਹੀ ਹੁੰਦੀ ਹੈ। ਵੈਨ ਗਾਗ ਨੇ ਆਪਣੇ ਜੀਵਨ ਵਿੱਚ 2000 ਚਿੱਤਰ ਬਣਾਏ, ਪਰ ਉਸ ਦੇ ਜਿਉਂਦਿਆਂ ਕੇਵਲ ਇੱਕ ਚਿੱਤਰ ਵਿਕਿਆ ਅਤੇ ਉਹ ਗਰੀਬੀ ਵਿੱਚ ਹੀ ਮਰ ਗਿਆ। ਅੱਜ ਉਸ ਦੇ ਚਿੱਤਰਾਂ ਦੀ ਕੀਮਤ ਕਰੋੜਾਂ ਅਰਬਾਂ ਵਿੱਚ ਹੈ। ਕਲਾਕਾਰ ਤੋਂ ਚਿੱਤਰ ਮਹਿੰਗਾ ਨਹੀਂ ਲਿਆ ਗਿਆ ਹੁੰਦਾ, ਇਸ ਨੂੰ ਮਹਿੰਗਾ ਕਰਨ ਦਾ ਕਾਰਜ ਕਲਾ ਵਪਾਰੀ ਕਰਦੇ ਹਨ। ਚਿੱਤਰਕਲਾ ਦਾ ਰਾਹ ਗੁੰਝਲਦਾਰ, ਲੰਮਾ ਅਤੇ ਔਖਾ ਹੈ, ਕਿਉਂਕਿ ਇਹ ਕਠੋਰ ਮਨੁੱਖਾਂ ਨੂੰ ਕੋਮਲ ਬਣਾਉਣ ਦੀ ਕਲਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।